अस्सलाम वालेकुम सर जी। अस्सलाम वालेकुम सर जी। वालेकुम सलाम जी। ठीक हो? की हाल है? ठीक हो? और पुत्र तुम ठीक हो? जी सर जी। की हाल है पुत्र? की गल है शुक्र सर, अल्लाह दा। थोड़ा परेशान लग रहे हो, की सोच रहे हो? ਧੀ ਰਾਣੀਏ ਕੀ ਦੱਸਾਂ, ਲੋਕਾਂ ਨੂੰ ਪਤਾ ਹੀ ਨਹੀਂ ਅੱਜ ਦਾ ਬੜਾ ख़ास ਦਿਨ ਨੇ। ਪੰਜਾਬ ਵਾਲੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ, ਲੋਕ ਸੋਚਦੇ ਨਹੀਂ। ਸਰ ਜੀ ਕਿਹੜਾ ਦਿਨ ਹੈ ਜਿਹੜਾ ਤੁਸੀਂ ਉਹਦੇ ਵਾਸਤੇ ਇੰਨਾ ਪਰੇਸ਼ਾਨ ਬੈਠੇ ਹੋ? ਪੁੱਤਰ ਅੱਜ ਪੰਜਾਬ ਦਾ ਸਕਾਫਤ ਦਾ ਦਿਨ ਹੈ। ਅੱਜ ਪੰਜਾਬ ਕਲਚਰਲ ਡੇ ਜਿਹਨੂੰ ਕਹਿੰਦੇ ਨੇ ਨਾ, ਉਹ ਦਿਨ ਨੇ ਅੱਜ ਪੰਜਾਬ ਦਾ। ਤੇ ਪੰਜਾਬ ਦਾ ਇਹ ਬੜਾ ख़ास ਦਿਨ ਨੇ। ਆਪਣੇ ਕਲਚਰ ਨੂੰ ਯਾਦ ਕਰਨਾ ਚਾਹੀਦਾ ਹੈ ਲੋਕਾਂ ਨੂੰ। ਪੰਜਾਬ ਦੇ ਬਾਰੇ 'ਚ, ਆਪਣੀ ਰਵਾਇਤ ਦੇ ਬਾਰੇ 'ਚ, ਆਪਣੇ ਇਕਦਾਰ ਦੇ ਬਾਰੇ 'ਚ, ਆਪਣੇ ਰੀਤ ਰਿਵਾਜਾਂ ਦੇ ਬਾਰੇ 'ਚ, ਅੱਛੀਆਂ ਗੱਲਾਂ ਦੇ ਬਾਰੇ 'ਚ ਪਤਾ ਹੋਣਾ ਚਾਹੀਦਾ ਪੁੱਤਰ। ਸਰ ਇਹਦਾ ਨਾਮ ਪੰਜਾਬ ਕਿਉਂ ਰੱਖਿਆ ਗਿਆ ਹੈ? ਅਸੀਂ ਪੰਜਾਬੀ ਬੋਲਦੇ ਤਾਂ ਵਾਸਤੇ ਇਹਦਾ ਨਾਮ ਪੰਜਾਬ ਹੈ। ਇਹ ਪੁੱਤਰ ਸਾਡਾ ਮੁਲਕ ਪਾਕਿਸਤਾਨ ਦਾ ਜਿਹੜਾ ਪੰਜਾਬ ਹੈ ਨਾ, ਇਹ ਪੰਜਾਬ ਦਾ ਨਾਂ ਬੜਾ ਸੋਹਣਾ ਸਵਾਲ ਤੋਂ ਕੀਤਾ ਹੈ। ਇਹ ਅਸਲ ਤੇ ਫਾਰਸੀ ਦੇ ਦੋ ਲਫ਼ਜ਼ ਨੇ, ਪੰਜ ਤੇ ਆਬ। ਯਾਨੀ ਪੰਜ ਕਹਿੰਦੇ ਨੇ ਫਾਰਸੀ 'ਚ ਪਾਂਚ ਨੂੰ, ਯਾਨੀ 5, ਤੇ ਆਬ ਕਹਿੰਦੇ ਨੇ ਪਾਣੀ ਨੂੰ, ਤੇ ਯਾਨੀ ਦਰਿਆਵਾਂ ਨੂੰ। ਇਹ ਪੰਜ ਆਬ ਨਾਲ ਬਣਿਆ, ਇਸ ਵਾਸਤੇ ਇਹਨੂੰ ਪੰਜ ਆਬ ਕਹਿੰਦੇ ਨੇ। ਅੱਛਾ ਤੇ ਸਰ ਜੀ ਇਹਨਾਂ ਪੰਜ ਦਰਿਆਵਾਂ ਦਾ ਨਾਂ ਕੀ ਹੈ? ਇਹ ਪੁੱਤੀਏ, ਇਹ ਪੰਜ ਦਰਿਆ ਜਿਹੜੇ ਸਾਡਾ ਇੱਕ ਬਿਆਸ ਹੈ, ਸਤਲੁਜ ਹੈ, ਦਰਿਆਏ ਚਨਾਬ, ਦਰਿਆਏ ਰਾਵੀ ਤੇ ਦਰਿਆਏ ਜੇਹਲਮ। ਇਹ ਪੰਜ ਦਰਿਆਵਾਂ ਨਾਲ ਮਿਲ ਕੇ ਪੰਜਾਬ ਬਣਿਆ ਹੈ। ਇਹ ਬਿਆਸ, ਸਤਲੁਜ, ਰਾਵੀ, ਚਨਾਬ ਤੇ ਜੇਹਲਮ, ਇਹ ਸਾਡੇ ਪੰਜ ਹੀ ਦਰਿਆ ਵਗਦੇ ਨੇ, ਚੱਲਦੇ ਨੇ, ਬਹਿੰਦੇ ਨੇ। ਸਾਡੇ ਜਿਹੜਾ ਸਾਰਾ ਪੰਜਾਬ ਦਾ ਜਿਹੜੀ ਖੇਤੀਬਾੜੀ ਨੂੰ ਰੌਣਕ ਬਖਸ਼ਦੇ ਨੇ। ਅੱਛਾ ਸਰ ਇੱਕ ਗੱਲ ਤੇ ਦੱਸੋ ਵੇ, ਹੁਣ ਇੰਡੀਆ 'ਚ ਵੀ ਪੰਜਾਬ ਹੈ, ਪਾਕਿਸਤਾਨ 'ਚ ਵੀ ਪੰਜਾਬ ਹੈ, ਤੇ ਉਹਨਾਂ ਦੇ ਖਾਣ ਪੀਣ ਸਾਡਾ ਸਭ ਕੁਝ ਇੱਕ ਜੈਸਾ ਹੈ, ਤੇ ਇਹਦੇ 'ਚ ਫਰਕ ਫਿਰ ਕੀ ਹੋਇਆ ਬੁਨਿਆਦੀ? ਧੀ ਰਾਣੀਏ ਬੜਾ ਸੋਹਣਾ ਸਵਾਲ ਕੀਤਾ ਜੀ। ਉਹ ਵੀ ਪੰਜਾਬ ਹੈ, ਇਹ ਵੀ ਪੰਜਾਬ ਹੈ। ਅਸਲ ਤੇ ਪਹਿਲੇ ਇਕੱਠਾ ਹੀ ਸੀ ਪੰਜਾਬ, ਹੁਣ ਅਲੱਗ-ਅਲੱਗ ਬਣ ਗਏ ਨੇ। ਇੱਥੇ ਸਿੱਖ, ਮੁਸਲਮਾਨ, ਹਿੰਦੂ ਸਾਰੇ ਇਕੱਠੇ ਰਹਿੰਦੇ ਸਨ। ਫਿਰ ਕਿਉਂਕਿ ਇਹਨਾਂ ਦਾ ਮੁਆਸ਼ਰਤ, ਇਹਨਾਂ ਦਾ ਰਹਿਣ ਸਹਿਣ ਦਾ ਅੰਦਾਜ਼ ਮੁਖਤਲਿਫ ਸੀ, ਤੇ ਬੜੀ ਸੋਹਣੀ ਤੇ ਬੜੀ ਮਿੱਠੀ ਪੰਜਾਬੀ ਬੋਲਦੇ ਸਨ। ਬਸ ਫਿਰ ਉਹ ਕੁਛ ਐਸਾ ਨਫ਼ਰਤਾਂ ਫੈਲੀਆਂ ਇਨਸਾਨਾਂ 'ਚ, ਇਹ ਮੁਹੱਬਤਾਂ ख़त्म ਹੋਈਆਂ। ਨਫ਼ਰਤਾਂ ਤੋਂ ਇਹਨਾਂ ਦਾ ਅਮਨ ਕਾਇਮ ਰੱਖਣ ਵਾਸਤੇ ਉਹ ਇੱਕ ਪੰਜਾਬ ਅਲੱਗ ਹੋ ਗਿਆ, ਪੰਜਾਬ ਅਲੱਗ ਹੋ ਗਿਆ। ਸਰ ਜੀ ਮੇਰਾ ਫਿਰ ਇੱਕ ਸਵਾਲ ਹੈ, ਤੇ ਤੁਸੀਂ ਕਦੇ ਗਏ ਹੋ ਫਿਰ ਇੰਡੀਆ ਵਾਲੇ ਪੰਜਾਬ ਕਹਿੰਦੇ ਨੇ ਇੱਥੇ ਵੀ ਹੈ, ਉੱਥੇ ਵੀ ਹੈ, ਬੜਾ ਸੋਹਣਾ ਹੈ, ਦਿਲ ਤੇ ਬੜਾ ਕਰਦਾ ਵੇਖਣ ਦੇ। ਤੁਸੀਂ ਕਦੀ ਵੇਖਿਆ ਹੋਵੇ? ਧੀ ਰਾਣੀਏ ਅਗਰ ਉੱਠ ਜਾਓ ਤੇ ਤੁਸੀਂ ਇੱਧਰ ਜ਼ਰਾ ਨਜ਼ਰ ਮਾਰੋ, ਇਹ ਦੇਖੋ ਨਜ਼ਰ ਆ ਰਹੀ ਹਰਿਆਲੀ। ਸਾਡਾ ਸੋਹਣਾ ਤੇ ਮਿੱਠਾ ਪੰਜਾਬ। ਇੰਡੀਆ ਦਾ ਪੰਜਾਬ ਵੀ ਇਸੇ ਤਰ੍ਹਾਂ ਸੋਹਣਾ ਹੈ, ਪਾਕਿਸਤਾਨ ਦਾ ਪੰਜਾਬ ਵੀ ਸੋਹਣਾ ਹੈ, ਉਹ ਵੀ ਲੋਕੀ ਸੋਹਣੇ ਨੇ, ਇਹ ਵੀ ਲੋਕੀ ਸੋਹਣੇ ਨੇ। ਸਾਡਾ ਵੀ ਕਲਚਰ ਉਹੀ ਹੈ, ਸਾਡਾ ਵੀ ਸਕਾਫਤ ਉਹੀ ਹੈ। ਫ਼ਰਕ ਬਸ ਇਹ ਹੈ ਕਿ ਸਾਡੇ 'ਚ ਨਫ਼ਰਤਾਂ ਪੈ ਗਈਆਂ, ਮਜ਼ਹਬੀ ਮਾਮਲਾਤ ਸਨ ਜਾਂ ਦੀਗਰ ਮਾਮਲਾਤ ਸਨ, ਤੇ ਮੁਹੱਬਤਾਂ ख़त्म ਹੋ ਗਈਆਂ। ਇਨਸਾਨੀਅਤ ਦਾ ਇੱਕ ਨਾਤਾ, ਇੱਕ ਰਿਸ਼ਤਾ ਕਾਇਮ ਰਹਿਣਾ ਚਾਹੀਦਾ ਸੀ ਸਾਡੇ। ਮੈਂ ਤਾਂ ਕਦੀ ਨਹੀਂ ਗਿਆ, ਮੇਰੇ ਦਾਦਾ ਬੂ ਜਾਂਦੇ ਸੀ। ਪਾਕਿਸਤਾਨੀ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਤੁਹਾਨੂੰ ਪਤਾ ਕਿਹੜਾ ਹੈ? ਕਿਹੜਾ ਸਰ? ਲਾਹੌਰ ਹੈ। ਜਿਸ ਤਰ੍ਹਾਂ ਪਾਕਿਸਤਾਨ ਦਾ ਸਭ ਤੋਂ ਵੱਡਾ, ਯਾਨੀ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਪੰਜਾਬ ਦਾ ਲਾਹੌਰ ਹੈ। ਇੰਡੀਆ ਦਾ ਸ਼ਹਿਰ ਅੰਮ੍ਰਿਤਸਰ ਹੈ। ਉਹ ਮੇਰੇ ਦਾਦਾ ਬੂ ਅੰਮ੍ਰਿਤਸਰੋਂ ਜਾ ਕੇ ਮੱਝਾਂ ਤੇ ਗਾਵਾਂ ਲੈ ਕੇ ਆਉਂਦੇ ਸਨ, ਤੇ ਬੜੀ ਸੋਹਣੀ ਬੜੀ ਵੱਡੀ ਮਵੇਸ਼ੀ ਮੰਡੀ ਲੱਗਦੀ ਹੁੰਦੀ ਸੀ। ਇਹ ਸਾਡੇ ਬਾਰਡਰ ਦੇ ਬਿਲਕੁਲ ਨਾਲ ਹੀ ਹੈ। ਲੇਕਿਨ ਬਸ ਪੁੱਤਰ, ਮੇਰੀ ਇੱਕ ਹੀ ਪੁੱਤਰੋ ਤੁਹਾਡੇ ਅੱਗੇ ਧੀਓ ਇੱਕ ਹੀ ਗੁਜ਼ਾਰਿਸ਼ ਹੈ ਕਿ ਮੁਹੱਬਤਾਂ ਫੈਲਾਓ। ਜਿਸ ਤਰ੍ਹਾਂ ਤੁਸੀਂ ਕੋਈ ਬਲੋਚੀ ਲੱਗਦਾ ਪਿਆ, ਕੋਈ ਮੈਨੂੰ ਸਿੰਧੀ ਲੱਗਦਾ ਪਿਆ, ਕੋਈ ਮੈਨੂੰ ਬਲੋਚ ਲੱਗਦਾ ਪਿਆ, ਕੋਈ ਸਿੰਧੀ, ਕੋਈ ਪੰਜਾਬੀ ਲੱਗਦਾ ਪਿਆ, ਤੁਸੀਂ ਅਲੱਗ-ਅਲੱਗ, ਕੋਈ ਪਠਾਨ ਪਸ਼ਤੂਨ ਲੱਗਦਾ ਪਿਆ, ਲੇਕਿਨ ਸਾਰੇ ਅਸੀਂ ਪਾਕਿਸਤਾਨੀ ਇੱਕ ਹਾਂ। ਇਸ ਤਰ੍ਹਾਂ ਦੁਨੀਆ 'ਚ ਮੁਹੱਬਤ ਹੋਣੀ ਚਾਹੀਦੀ ਹੈ ਕਿ ਮਜ਼ਹਬ ਵੀ ਸਾਰੇ ਇਕੱਠੇ ਰਹਿ ਸਕਦੇ ਨੇ। ਜਮਹੂਰੀਅਤ, ਮੁਹੱਬਤ ਇਹਦਾ ਹੀ ਨਾਂ ਹੈ। ਅੱਲਾਹ ਤੁਹਾਨੂੰ ਖੁਸ਼ ਰੱਖੇ। ਤੁਹਾਡੀ ਗੁਫ਼ਤਗੂ ਦੇ ਨਾਲ ਮੇਰਾ ਬੜਾ ਦਿਲ ਖੁਸ਼ ਹੋਇਆ ਕਿ ਕਿਸੇ ਨੂੰ ਤੇ ਸ਼ੌਕ ਹੈ ਪੰਜਾਬ ਦੇ ਬਾਰੇ ਜਾਣਨ ਦਾ। ਜੀ ਸਰ ਜੀ ਸਰ, ਸਾਡੇ ਬਹੁਤ ਸ਼ੁਕਰੀਆ। ਕਾਫੀ ਇਜ਼ਾਫਾ ਹੋਇਆ ਹੈ ਤੁਹਾਡੇ ਨਾਲ ਮਿਲ ਕੇ। ਜਜ਼ਾਕ ਅੱਲਾਹ ਪੁੱਤਰ। ਖੁਸ਼ੀ ਹੋਈ ਹੈ ਸਰ ਤੁਹਾਡੇ ਨਾਲ ਗੱਲ ਠੀਕ ਹੈ ਸਰ ਜੀ। ਠੀਕ ਹੈ ਪੁੱਤਰੋ, ਰੱਬ ਰੱਖਾ। ਅੱਲਾਹ ਹਾਫਿਜ਼। ਠੀਕ ਹੈ ਪੁੱਤਰ, ਅੱਲਾਹ ਹਾਫਿਜ਼।